ਓ ਸਾਹਿਬ ਜੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਵਾਹਿਗੁਰੂ ਸਾਹਿਬ ਜੀ ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰਖੀ। ਤਾ ਤੂੰ ਜਗ ਮਹਿ ਆਇਆ, ਹਰ ਜੋਤ ਰਖੀ ਤੁਧ ਵਿੱਚ। ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ। ਜਿਨ ਜਿਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੂਝਿਆ। ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 33 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜਿਸ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਸਾਂਝ ਪਾਵਾਂਗੇ। ਇਸੇ ਲੜੀ ਦੇ ਤਹਿਤ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਜਿਵੇਂ 32 ਨੰਬਰ ਪਾਵਨ ਪੌੜੀ ਦੀ ਵਿਚਾਰ ਦੇ ਨਾਲ ਸਾਂਝ ਪਾਈ ਸੀ, ਜਿਸ ਵਿੱਚ ਪਾਤਸ਼ਾਹ ਜੀ ਨੇ ਸਾਡੀ ਰਸਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਹੇ ਮੇਰੀ ਜੀਵ, ਹੇ ਮੇਰੀ ਰਸਨਾ, ਤੂੰ ਜਿਹੜੀ ਹੋਰ ਸਵਾਦਾਂ ਵਿੱਚ ਮਸਤ ਹੋਈ ਪਈ ਆ, ਹੋਰ ਲਾਲਸਾਵਾਂ ਦੇ ਵਿੱਚ, ਹੋਰ ਹੀ ਰਸਾਂ ਕਸਾਂ ਦੇ ਵਿੱਚ ਤੇਰਾ ਜੀਵਨ ਜਿਹੜਾ ਬਤੀਤ ਹੋ ਰਿਹਾ। ਮਾਲਕ ਜੀ ਕਹਿੰਦੇ ਭਲੀਏ ਇਸ ਤਰ੍ਹਾਂ ਤੇਰੀ ਪਿਆਸ ਖਤਮ ਨਹੀਂ ਹੋ ਸਕਦੀ। ਇਸ ਤਰ੍ਹਾਂ ਤੈਨੂੰ ਪਰਮੇਸ਼ਰ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਮਾਲਕ ਜੀ ਕਹਿੰਦੇ ਜਿੰਨਾ ਚਿਰ ਤੇਰੇ ਜੀਵਨ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਆਨੰਦ ਖੇੜਾ ਪੈਦਾ ਨਹੀਂ ਹੁੰਦਾ, ਉਨਾ ਚਿਰ ਤੇਰਾ ਜੀਵਨ ਜਿਹੜਾ ਨਾ ਇਨ੍ਹਾਂ ਰਸਾਂ ਕਸਾਂ ਦੇ ਵਿੱਚੋਂ ਨਿਕਲ ਨਹੀਂ ਸਕਦਾ। ਉਨਾ ਚਿਰ ਤੇਰੇ ਜੀਵਨ ਦੀ ਤ੍ਰਿਪਤੀ ਨਹੀਂ ਹੋ ਸਕਦੀ, ਤੇਰਾ ਜੀਵਨ ਰੱਜ ਨਹੀਂ ਸਕਦਾ। ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਰਸਨਾ ਨੂੰ, ਜੀਵ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਮਾਲਕ ਜੀ ਅੱਜ 33 ਨੰਬਰ ਪੌੜੀ ਦੇ ਵਿੱਚ ਸਰੀਰ ਨੂੰ ਸੰਬੋਧਨ ਕਰਦੇ ਨੇ।
ਸਰੀਰ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਾਲਿਕ ਜੀ ਬਚਨ ਕਰਦੇ ਨੇ, ਇਹ ਸਰੀਰਾ ਮੇਰਿਆ, ਹੇ ਮੇਰੇ ਸਰੀਰ, ਹਰ ਤੁਮ ਮੈਂ ਜੋਤ ਰਖੀ। ਮਾਲਿਕ ਜੀ ਕਹਿੰਦੇ, ਹੇ ਮੇਰੇ ਸਰੀਰ, ਤੂੰ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਆਨੰਦ ਲੱਭਦਾ ਆ, ਦੁਨੀਆ ਦੇ ਪਦਾਰਥਾਂ ਵਿੱਚੋਂ ਸੁੱਖ ਭਾਲਦਾ ਆ, ਸ਼ਾਂਤੀ ਭਾਲਦਾ ਆ। ਜਿੱਥੋਂ ਤੈਨੂੰ ਆਨੰਦ ਪ੍ਰਾਪਤ ਹੋਣਾ, ਜਿੱਥੋਂ ਤੈਨੂੰ ਸੁੱਖ ਸ਼ਾਂਤੀ ਪ੍ਰਾਪਤ ਹੋਣੀ, ਮਾਲਿਕ ਜੀ ਕਹਿੰਦੇ ਉਹ ਆਨੰਦ ਦਾ ਸੋਮਾ ਪਾਤਸ਼ਾਹ ਜੀ ਕਹਿੰਦੇ ਨੇ, ਹਰ ਤੁਮ ਮੈਂ ਜੋਤ ਰਖੀ। ਕਹਿੰਦੇ ਉਹ ਪਰਮਾਤਮਾ ਦੀ ਜੋਤ ਤਾਂ ਤੇਰੇ ਅੰਦਰ ਵਸਦੀ ਆ, ਉਹ ਮਾਲਿਕ ਜੀ ਦਾ ਨਿਵਾਸ ਤਾਂ ਤੇਰੇ ਅੰਦਰ ਆ। ਤੂੰ ਆਨੰਦ ਬਾਹਰਲੇ ਪਦਾਰਥਾਂ ਵਿੱਚੋਂ ਲੱਭ ਰਿਹਾ ਆ, ਆਨੰਦ ਤਾਂ ਤੇਰੇ ਜੀਵਨ ਦੇ ਵਿੱਚੋਂ ਹੀ ਪ੍ਰਗਟ ਹੋਣਾ ਆ। ਜਦੋਂ ਤੂੰ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਦੀ ਜੋਤ ਨੂੰ ਪ੍ਰਗਟ ਕਰ ਲਿਆ, ਪਰਮੇਸ਼ਰ ਦੇ ਗੁਣਾਂ ਨੂੰ ਪ੍ਰਗਟ ਕਰ ਲਿਆ, ਗੁਰੂ ਪਿਆਰ ਵਾਲਿਓ, ਫਿਰ ਸਾਡਾ ਜੀਵਨ ਆਨੰਦ ਨਾਲ ਭਰ ਜਾਵੇਗਾ। ਪਾਤਸ਼ਾਹ ਕਹਿੰਦੇ ਨੇ, ਇਹ ਸਰੀਰਾ ਮੇਰਿਆ, ਹੇ ਮੇਰੇ ਸਰੀਰ। ਮਾਲਿਕ ਜੀ ਇੱਥੇ ਆਪਣੇ ਆਪ ਨੂੰ ਨਹੀਂ ਕਹਿ ਰਹੇ, ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ। ਜਦੋਂ ਵੀ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਨਾ, ਇਸ ਭਾਵਨਾ ਨਾਲ ਪੜ੍ਹੀਏ ਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਨੇ। ਇਸ ਭਾਵਨਾ ਨਾਲ ਗੁਰਬਾਣੀ ਨਹੀਂ ਪੜ੍ਹਨੀ ਕਿ ਭਾਈ ਇਹ ਜਿਹੜਾ ਸ਼ਬਦ ਹੈ, ਜਿਹੜਾ ਉਪਦੇਸ਼ ਆ, ਇਹ ਦੂਜੇ ਵਾਸਤੇ ਆ, ਮੇਰੇ ਵਾਸਤੇ ਨਹੀਂ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਆਪਣੇ ਉੱਤੇ ਗੁਰਬਾਣੀ ਦੇ ਸ਼ਬਦਾਂ ਨੂੰ ਲਾ ਕੇ, ਗੁਰੂ ਦੇ ਉਪਦੇਸ਼ ਨੂੰ ਆਪਣੇ ਉੱਤੇ ਲਾ ਕੇ ਜਦੋਂ ਅਸੀਂ ਪੜ੍ਹਾਂਗੇ ਕਿ ਮਾਲਿਕ ਜੀ ਤਾਂ ਹਰ ਵਕਤ ਮੈਨੂੰ ਕਹਿ ਰਹੇ ਨੇ, ਮੈਨੂੰ ਉਪਦੇਸ਼ ਕਰ ਰਹੇ ਨੇ, ਹੁਕਮ ਕਰ ਰਹੇ ਨੇ, ਫਿਰ ਸਾਡਾ ਜੀਵਨ ਜਿਹੜਾ ਨਿਖਰਨਾ ਆ, ਸਾਡੇ ਜੀਵਨ ਦੇ ਅੰਦਰ ਸੁਧਾਰ ਹੋਣਾ। ਜਦੋਂ ਮਨੁੱਖ ਆਪਣੇ ਜੀਵਨ ਦੀ ਗੱਲ ਕਰੇਗਾ ਨਾ, ਜਦੋਂ ਆਪਣੇ ਬਾਰੇ ਖਿਆਲ ਕਰੇਗਾ ਕਿ ਸਤਿਗੁਰੂ ਦੀ ਬਾਣੀ ਤਾਂ ਮੈਨੂੰ ਉਪਦੇਸ਼ ਕਰਦੀ ਆ, ਮੈਨੂੰ ਸਿੱਖਿਆ ਦੇ ਰਹੀ ਆ, ਫਿਰ ਗੁਰੂ ਪਿਆਰ ਵਾਲਿਓ, ਗੁਰਬਾਣੀ ਪੜ੍ਹਨ ਦਾ ਆਨੰਦ ਵੀ ਫਿਰ ਵੱਖਰਾ ਹੁੰਦਾ ਆ। ਜਦੋਂ ਮਨੁੱਖ ਇਸ ਤਰ੍ਹਾਂ ਪੜ੍ਹਦਾ ਕਿ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰਖੀ, ਹੈ ਮੇਰੇ ਸਰੀਰ, ਤੇਰੇ ਵਿੱਚ ਉਸ ਮਾਲਕ ਵਾਹਿਗੁਰੂ ਦੀ ਜੋਤ ਸਮਾਈ ਹੋਈ ਆ। ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸੰਸਾਰ ਦਾ, ਇਸ ਸ੍ਰਿਸ਼ਟੀ ਦਾ ਮੁੰਡ ਬੰਨ੍ਹਿਆ ਨਾ, ਮਾਲਿਕ ਜੀ ਕਹਿੰਦੇ ਜੀਵ ਨੂੰ ਪੈਦਾ ਕਰਕੇ ਉਹਦੇ ਅੰਦਰ ਆਪਣੀ ਜੋਤ ਟਿਕਾ ਦਿੱਤੀ, ਆਪਣੀ ਸੱਤਿਆ ਟਿਕਾ ਦਿੱਤੀ। ਤਾ ਤੂੰ ਜਗ ਮੈਂ ਆਇਆ, ਮਾਲਿਕ ਜੀ ਕਹਿੰਦੇ ਫਿਰ ਹੀ ਤੂੰ ਸੰਸਾਰ ਵਿੱਚ ਆਇਆ ਨਾ, ਫਿਰ ਹੀ ਤੂੰ ਜਗਤ ਵੇਖਿਆ ਨਾ, ਫਿਰ ਹੀ ਇਹ ਤੂੰ ਸੰਸਾਰ ਵੇਖ ਰਿਹਾ ਜੇਕਰ ਤੇਰੇ ਅੰਦਰ ਜੋਤ ਟਿਕੀ ਹੋਈ ਆ, ਜੇਕਰ ਤੇਰੇ ਅੰਦਰ ਉਸ ਪਰਮੇਸ਼ਰ ਦੀ ਜੋਤ ਆ, ਫਿਰ ਹੀ ਤੂੰ ਸੰਸਾਰ ਨੂੰ ਵੇਖ ਰਿਹਾ। ਹੁਣ ਤੇਰੇ ਅੰਦਰ ਉਸ ਰੱਬ ਦੀ, ਉਸ ਮਾਲਿਕ ਦੀ ਜੋਤ ਹੈ, ਪਰ ਤੇਰੇ ਜੀਵਨ ਅੰਦਰ ਆਨੰਦ ਫੇਰ ਨਹੀਂ ਹੈ, ਤੇਰਾ ਜੀਵਨ ਸੁਖੀ ਫੇਰ ਨਹੀਂ ਹੈ। ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਆ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਕਹਿੰਦੇ ਸਾਰੇ ਸੁੱਖ ਦੇਣ ਵਾਲਾ ਤਾਂ ਪਰਮੇਸ਼ਰ ਆ, ਜਿਹੜਾ ਤੇਰੇ ਅੰਦਰ ਵਸਿਆ ਹੋਇਆ ਆ। ਕਹਿੰਦੇ ਉਸ ਤੋਂ ਬਗੈਰ ਹੋਰ ਸੰਸਾਰ ਅੰਦਰ, ਤੇਰੇ ਅੰਦਰ ਸੁੱਖ ਪੈਦਾ ਕਰਨ ਵਾਲਾ ਕੋਈ ਨਹੀਂ ਹੈ, ਤੇਰੇ ਜੀਵਨ ਦੇ ਅੰਦਰ ਖੇੜਾ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਕਹੋ ਨਾਨਕ ਸੁਨ ਰੇ ਮਨਾ, ਇਸ ਕਰਕੇ ਹੇ ਮੇਰੇ ਮਨ, ਹੇ ਮੇਰੇ ਮਨ, ਧਿਆਨ ਦੇ ਨਾਲ ਸੁਣ ਤੇ ਸਿਮਰਤ ਗਤ ਹੋਏ। ਕਹਿੰਦੇ ਜਦੋਂ ਤੂੰ ਉਸ ਮਾਲਕ ਦਾ ਸਿਮਰਨ ਕਰੇਗਾ ਨਾ, ਉਹਦੀ ਬੰਦਗੀ ਕਰੇਗਾ, ਤੇਰੀ ਅਵਸਥਾ ਜਿਹੜੀ ਉੱਚੀ ਹੋ ਜਾਵੇਗੀ। ਪਾਤਸ਼ਾਹ ਕਹਿੰਦੇ ਨੇ, ਮਾਲਿਕ ਜੀ ਕਹਿੰਦੇ, ਕਬੀਰ ਕਾਮ ਪਰੇ ਜੋ ਸਿਮਰੀਐ, ਐਸਾ ਸਿਮਰੋ ਨਿਤ। ਕਹਿੰਦੇ ਜਿਵੇਂ ਕੰਮ ਪੈਣ ਤੇ ਤੂੰ ਰੱਬ ਨੂੰ ਸਿਮਰਦਾ ਆ, ਕਹਿੰਦੇ ਇਸ ਤਰ੍ਹਾਂ ਰੋਜ਼ ਸਿਮਰਿਆ ਕਰ। ਗੁਰੂ ਪਿਆਰ ਵਾਲੇ, ਜਦੋਂ ਬੰਦੇ ਦੇ ਜੀਵਨ 'ਚ ਦੁੱਖ ਹੋਵੇ ਨਾ, ਵਿਪਤਾ ਹੋਵੇ, ਤੇ ਰੱਬ ਦਾ ਨਾਮ ਵੇਖ ਕਿੰਨੀ ਸ਼ਰਧਾ ਭਾਵਨਾ ਨਾਲ ਲੈਂਦਾ ਆ। ਫਿਰ ਤਾਂ ਕਿਉਂਕਿ ਦੁੱਖ ਨੂੰ ਮਿਟਾਉਣ ਵਾਸਤੇ, ਵਿਪਤਾ ਨੂੰ ਖਤਮ ਕਰਨ ਵਾਸਤੇ ਮਨੁੱਖ ਜਿਹੜਾ ਫਿਰ ਨੰਗੇ ਪੈਰੀ ਵੀ ਤੁਰ ਕੇ ਆ ਜਾਂਦਾ, ਫਿਰ ਮਨੁੱਖ ਜਿਹੜਾ ਡੰਡੌਤ ਕਰਦਾ ਆਉਂਦਾ ਆ, ਫਿਰ ਮਨੁੱਖ ਬਹੁਤ ਤਰ੍ਹਾਂ ਦੇ ਕਰਮ ਕਰਦਾ ਆ, ਕਿਉਂਕਿ ਦੁੱਖ ਆ। ਮਾਲਿਕ ਜੀ ਕਹਿੰਦੇ ਜਦੋਂ ਤੈਨੂੰ ਲੋੜ ਹੁੰਦੀ, ਤੈਨੂੰ ਜ਼ਰੂਰਤ ਹੁੰਦੀ, ਉਸ ਵੇਲੇ ਜਦੋਂ ਤੂੰ ਪ੍ਰਭੂ ਦੀ ਵਡਿਆਈ ਕਰਦਾ ਆ, ਕਿੰਨੇ ਅੰਦਰੋਂ ਕਰਦਾ ਆ, ਅੰਦਰੋਂ ਜੁੜਦਾ ਆ। ਮਾਲਿਕ ਜੀ ਕਹਿੰਦੇ ਇਸ ਤਰ੍ਹਾਂ ਰੋਜ਼ ਜੁੜਿਆ ਕਰ। ਕਬੀਰ
मालिक जी कहते काम परे हर सिमरिए ऐसा सिमरो नित। कहते इहो जिहा इस तरह हर रोज़ तू परमात्मा का नाम जपया करना, हर रोज़ उसदा सिमरन करया कर, हर रोज़ ही सिफत सलाह करया कर, उसदी वडियाई करया कर। जे इस तरह ही करेगा मालिक जी कहते फिर वेख तेरे जीवन के अंदर आनंद, फिर तेरे जीवन के अंदर तेरा जपया होया नाम भी जिहड़ा सफल आया। पातशाह कहते वो जोत जिहड़ी तेरे अंदर ही है, जिन्हों तू जिस तो तू आनंद प्राप्त करना, इन्हां बाहरले पदार्थां विचों आनंद तेनू सदा रहन वाला नहीं मिलना। ये तो जिन्ना चिर पदार्थ आ उन्ना चिर तू खुश हाँ, जिन्ना चिर तेरे कोल माया आ उन्ना चिर खुश हाँ। जो पदार्थ खत्म हो गए, माया चली गई, उस वेले फिर तू दुखी आ, उस वेले फिर तेरा तू जिहड़ा नाराज़गी प्रगट करदा आ। पातशाह कहते ने जिहड़ा आनंद सदा रहना आ वो अकाल पुरख वाहिगुरू दे नाम दे नाल जुड़न करके ते गुरु प्यार वालिओ वो परमेश्वर जिहड़ा तेरे अंदर वसदा आ। ते पातशाह जी बचन करते ने मालिक जी अपनी बाणी अंदर कहते एक जोत दोए मूर्ति। हुण गुरु प्यार वालिओ अंदर जोत वसी हुई आ। जो साडे जीवन चों सब में जोत जोत है सोए, तिसदे चानण सब में चानण होए, गुरसाखी जोत प्रगट होए। प्रगट किवें होनी? गुरु की सिक्ख्या दे नाल, गुरु की मत दे नाल साडे अंदरों ये रब की जोत प्रगट होनी आ। ते गुरु प्यार वाले पातशाह जी कहते ने धन पिर ए ना आखियन। मालिक जी कहते बहन इकट्ठे होए, कहते किते ये ना समझिओ कि सिर्फ सरीरक तौर ते जेकर पति पत्नी सरीरक तौर ते बैठ जाण ते रल के बैठ जाण ते उन्हां नूं पति पत्नी नहीं आखिया जा सकदा। मान लो पति ते पत्नी ते हुण सरीरक तौर ते रल के बह गए, इकट्ठे बह गए, हुण असीं आखीए भाई ये पति पत्नी आ। मालिक जी कहंदे ने एक जोत दोए मूर्ति, धन पिर कहीए सोए। कहंदे जिन्हां दोहां जिस्मां दे विच आत्मा अंदरों एक नहीं हुंदी, जिन्हां दे विचार आपस विच रलदे नहीं। जदों आपस विच विचार रल गए, जदों आपस विच जोत रल गई, मालिक जी कहंदे ने धन पिर कहीए सोए। कहंदे वो असल विच पति ते पत्नी है। केवल शरीर ते दो शरीरां दा मिलाप होना ये पति पत्नी नहीं है। पति ते पत्नी वो है जिन्हां दियां विचारां आपस विच मिल जांदियां ने। गुरु प्यार वालिओ संसार दे अंदर परिवार अंदर जिथे साडे विचार मिलदे ना उत्थे साडा प्यार है, उत्थे कोई लड़ाई झगड़ा नहीं, क्लेश नहीं है। जेकर पुੱਤ ते जेकर पिता एक पुੱਤਰ दे विच विचार ना मिलन उत्थे फिर लड़ाई झगड़ा ही हुंदा आ। क्योंकि हुण जिहड़ा जो गल पिता कहंदा आ पुੱਤ ਉਹਦੇ ਨਾਲ सहमत नहीं हुंदा, वो पिता की विचारधारा के नाल सहमत नहीं। जिथे विचारधारा नहीं मिलती उत्थे लड़ाई झगड़े कलेश दुख ही होंदे आ। ते गुरु प्यार वाले जेकर साडी विचार जेकर गुरु की विचार दे नाल साडी विचार नहीं मिलती, जेकर गुरु की मत दे नाल साडी मत नहीं मिलती, फिर गुरु नाल साडी सांझ बण ही नहीं सकती। फिर गुरु नाल असी बड़े दूर हाँ। शरीर करके भावें असी गुरु कोल हाँ, शरीर करके असी गुरु वाले हाँ, पर साडियां विचारां साडी मत ये गुरु नाल मिलनी चाहिए, साडी अंदरों जोत गुरु नाल मिलनी चाहिए। मालिक जी कहंदे ने धन पिर ए ना आखियन बहन इकट्ठे होए, एक जोत दोए मूर्ति, धन पिर कहीए सोए। पातशाह जी कहंदे ने कहंदे जानो जोत ना पूछो जाति, आगे जात ना है। मालिक जी कहंदे सारियां विच ना एक परमेश्वर की जोत जान के ना, सारियां विच एक रब की जोत जान के समझ के कहंदे किसी नूं उसकी जात ना पुछो। जेकर सारियां विच जोत एक रब दी आ फिर तू ओदी जात क्यों पुछ रहा? तू ये क्यों कह रहा कि भाई ये फलानी जात दा, ये नीवीं जात दा, ये उच्ची जात दा? जेकर सारे उस मालिक ने पैदा किए हुए, सारे उस परमेश्वर वाहिगुरू की जोत सारियां विच वसी हुई आ, फिर तू ये क्यों कह रहा कि भाई ये इस किस्म का आ, ये इस रंग का आ? फिर तू वितकरा क्यों करता आ? मालिक जी कहंदे ने कहंदे आउण वाले समय विच कहंदे अगे किसी नाल किसी की जात नहीं जाती। जे कोई मनुख आखे कि मैं बहुत वड्डी जात वाला आ, पातशाह कहंदे ये जात नहीं काम आउंदी अगे।
तेरे कर्म जिहड़े ना वो वेखे जाते आ, तेरा जीवन वेख्या जाता आ। गुरु की निगाह दे विच तेरी जात नहीं प्रवान है, भावें तू जिड्डी मर्जी वड्डी जात लैके घूम, जिन्नी मर्जी उच्ची जात दा होवे, गुरु जिहड़ा तेरा जीवन वेखदा, तेरा जीवन किन्ना कुछ उच्चा आ, तेरा जीवन किन्ना कुछ जुड़िया होया। पर साडा जीवन जिहड़ा इन्हां जातां पातां दे विच ही जिहड़ा रलिया होया आ, इन्हां जातां पातां दे विच ही उलझ के रह गया। गुरु प्यार वालियो, सानू गुरु साहब जी ने विचारधारा इहो जी दित्ती, असीं हर रोज़ ये गुरबाणी जिहड़ी हर रोज़ ये बाणी का नितनेम हर रोज़ असीं करदे हां, अमृत वेले हर रोज़ इस बाणी नूं पढ़दे हां। ते गुरु प्यार वालियो, हुण गुरु ग्रंथ साहिब जी का जेकर मान लो कोई सारा सहज पाठ भी नहीं करता, पर यह नितनेम तो हर रोज़ हुंदा, मनुख के कन्नां विच पैंदा आ, कईयां नूं याद भी आ, कंठ भी है, पर फिर भी जेकर असीं आखीए कि भाई सारियां विच रब की जोत नहीं है, फिर सारियां नाल वितकरा करी जाइए, तो गुरु प्यार वालियो फिर वो कन्नां विच पे हुए गुरबाणी के बोल भी साडे जिहड़े लेखे विच नहीं है। पातशाह जी बचन करते ने, अवल अल्लाह नूर उपाया कुदरत के सब बंदे, कहते सब तो पहला खुदा दा नूर ही आ, कहते वो अकाल पुरख वाहिगुरू ने जिन्हें जगत पैदा किया। ए शरीरा मेरिया हर तुम में जोत धरी, मालिक जी कहते ए शरीरा मेरिया हर तुम में जोत रखी, ता तू जग में आया। मालिक जी कहते तेरे अंदर जोत मालिक परमेश्वर ने रखी, फिर तू जीव जिहड़ा जगत विच संसार विच आया, फिर तेरा जन्म होया, उन्हें पहला जोत तेरे अंदर रखी आ। उस अकाल पुरख वाहिगुरू दा वासा तेरे अंदर है। ते पातशाह कहते ने इस जगत नूं उस मालिक ने पैदा किया। ये सारे जिहड़े जीव जानता किहदे बनाए होए आ? कुदरत दे। ये सारे जीव जंत उस अकाल पुरख दे बनाए होए आ। एक नूर ते सब जग उपजिया, कौन भले को मंदे। कहते सारा संसार ही एक अकाल पुरख वाहिगुरू तो पैदा होया। सारियां नूं पैदा करन वाला परमेश्वर वाहिगुरू है। फिर मालिक जी कहते ने धर्म दे विच पै के मजहब दे नां उत्ते किसी नूं तू चंगा किसी नूं माड़ा क्यों आख रहा? फिर किसी नूं चंगा माड़ा नहीं आखना चाहिए। मजहब के नां उत्ते लोग एक दूजे नाल वितकरे करते कि तू भाई फलाने मजहब दा आ, तू फलाने धर्म दा आ, तू फलानी जाति दा। मजहब के नां ते किन्नियां लड़ाइयां हुंदियां आ, किन्ना किवें लड़ाया जाता आ। ते गुरु प्यार वालियो कई वारी सानू भी जिहड़ा भड़काया जाता आ मजहब के नां उत्ते कि भाई वेखो मुसलमान होया, मुसलमानां ने तुहाडे गुरुआं नूं शहीद कर दिता, तुहाडे गुरुआं दे खिलाफ सी, भड़काया जाता आपस विच। पर गुरु प्यार वालियो गनी खां ते नवी खां जिन्हां ने गुरु साहब नूं माछीवाड़े दे जंगलों विचों जिहड़ा गुरु साहब जी नूं उचदा पीर बना के लैके गए सीगे, गनी खां ते नवी खां वो भी मुसलमान सी। हुण जिहड़ा शेर मुहम्मद खां जिन्हें हाँ दा नारा मारिया सीगा साहिबजादियां दे हक विच, वो भी जिहड़े मुसलमान सीगे। साईं मियाँ मीर जी इतिहास के अंदर किड्डी वड्डी मिसाल आ, जिन्हां ने श्री हरमंदर साहब जी की गुरु अर्जन साहब जी ने उन्हां कोलों नींह रखवाई सी, वो भी मुसलमान आ। हुण गुरु प्यार वालियो ये सिर्फ सानू भड़काया जाता। अज वेखो अज दे समय अंदर अज भी कई मुसलमान वीर है जां हिंदू वीर है जिहड़े गुरु की बाणी भी पढ़ते आ, जिहड़े गुरु घर भी आउंदे आ। श्री हरमंदर साहब जी चार दरवाजे इसे गल का प्रतीक आ कि भाई इत्थों हरेक जाति हरेक धर्म मजहब का कोई भी मनुख जिहड़ा आ सकदा आ। खतरी ब्राह्मण उपदेश चो वर्णा को साझा, ये जिहड़ा उपदेश आ सारियां वास्ते साझा आ। पर सानू अज फिर भी आपस विच लड़ाया जाता आ। पर सानू इस फर्क बारे उदों पता लगेगा जो सानू अपने इतिहास बारे, जो साडे कोल विवेक बोध, जो साडे कोल गुरबाणी की विचारधारा होवेगी। गुरु ग्रंथ साहिब विच भी मुसलमानां दी बाणी है। भगत फरीद जी कौन होए ने? वो भी मुसलमान ही आ। भगत फरीद जी अपनी बाणी विच अल्लाह का नाम पता नहीं किन्नी वारी लेंदे आ। गुरु ग्रंथ साहिब की बाणी विच राम का नाम भी आया, अल्लाह का नाम भी आया।
ਤੇ ਗੁਰੂ ਪਿਆਰ ਵਾਲਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਾਹੇ ਗੁਰੂ ਸਾਹਿਬਾਨਾਂ ਦੇ ਸਮੇਂ ਬੜੇ ਮੁਸਲਮਾਨ ਪਰਿਵਾਰ ਸੀ। ਪੀਰ ਬੁੱਧੂ ਸ਼ਾਹ ਜਿਹੜਾ ਹੋਇਆ ਗੁਰੂ ਪਿਆਰ ਵਾਲਿਓ, ਜਿਹਨੇ ਆਪਣੇ 500 ਪਠਾਨ ਗੁਰੂ ਸਾਹਿਬ ਦੀ ਸਹਾਇਤਾ ਵਾਸਤੇ, ਮਦਦ ਵਾਸਤੇ ਭੇਜੇ ਸੀ, ਜਿਹਨੇ ਆਪਣੇ ਕਿੰਨੇ ਜਿਹੜੇ ਪੁੱਤਰ ਵੀ ਸ਼ਹੀਦ ਕਰਵਾ ਦਿੱਤੇ ਸੀਗੇ, ਗੁਰੂ ਸਾਹਿਬ ਦੇ ਨਾਲ ਜੰਗ ਵਿੱਚ ਸਾਥ ਦਿੱਤਾ। ਪੀਰ ਬੁੱਧੂ ਸ਼ਾਹ ਵਰਗੇ ਇਹ ਸਾਰੇ ਮੁਸਲਮਾਨ ਹੋਏ। ਗੁਰੂ ਪਿਆਰ ਵਾਲਿਓ, ਸਾਰੇ ਮਾੜੇ ਨਹੀਂ ਹੁੰਦੇ, ਬਹੁਤ ਚੰਗੇ ਵੀ ਹੁੰਦੇ ਆ। ਹੁਣ ਜੇਕਰ ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ ਇਹ ਜੇਕਰ ਮਾੜੇ ਸੀ, ਜੇਕਰ ਇਹਨਾਂ ਨੂੰ ਸਮਝ ਨਹੀਂ ਸੀ, ਸੱਚ ਦੀ ਪਛਾਣ ਨਹੀਂ ਸੀਗੀ, ਇਹਦਾ ਅਰਥ ਇਹ ਨਹੀਂ ਹੈ ਕਿ ਸਾਰੇ ਜਿਹੜੇ ਅਸੀਂ ਸਾਰਿਆਂ ਨੂੰ ਮਾੜੇ ਆਖੇ ਜਾਈਏ। ਅੱਜ ਦੇ ਸਮੇਂ ਅੰਦਰ ਵੀ ਸਾਡੇ ਸਾਹਮਣੇ ਕਈ ਉਦਾਹਰਨਾਂ ਮਿਲਦੀਆਂ ਨੇ ਜਿੱਥੇ ਕਿ ਆਪਸੀ ਭਾਈਚਾਰੇ ਦੀ ਸਾਂਝ ਦੀ ਮਿਸਾਲ ਮਿਲਦੀ, ਜਿੱਥੇ ਕਿ ਸਿੱਖ ਪਰਿਵਾਰ ਵੀ ਅੱਜ ਮੁਸਲਮਾਨਾਂ ਦੀ ਹੈਲਪ ਕਰਦੇ, ਮੁਸਲਮਾਨ ਸਿੱਖ ਪਰਿਵਾਰਾਂ ਦੀ ਹੈਲਪ ਕਰਦੇ ਆ। ਇੱਕ ਇਹੋ ਜਿਹਾ ਪਿੰਡ ਜਿੱਥੇ ਕਿ ਜਿਸ ਪਿੰਡ ਵਿੱਚ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਵਾਸਤੇ ਗੁਰੂ ਪਿਆਰ ਵਾਲਿਓ ਮਸਜਿਦ ਨਹੀਂ ਸੀ, ਦੂਰ ਜਾਣਾ ਪੈਂਦਾ ਸੀਗਾ। ਤੇ ਪਿੰਡ ਦੇ ਵਿੱਚੋਂ ਕਿਸੇ ਸਿੱਖ ਪਰਿਵਾਰ ਨੇ ਮਸਜਿਦ ਵਾਸਤੇ ਆਪਣੀ ਥਾਂ ਜਿਹੜੀ ਜ਼ਮੀਨ ਫਰੀ ਵੇਚ ਦਿੱਤੀ ਤਾਂ ਜੋ ਇੱਥੇ ਬਹਿ ਕੇ ਉਹ ਨਮਾਜ਼ ਕਰ ਸਕਣ, ਉਹਨੂੰ ਕੋਈ ਤੰਗੀ ਔਖਿਆਈ ਨਾ ਸਕੇ। ਇਹੋ ਜਿਹੀਆਂ ਬੜੀਆਂ ਉਦਾਹਰਨਾਂ ਮਿਲ ਜਾਂਦੀਆਂ। ਪਰ ਗੁਰੂ ਪਿਆਰ ਜੋ ਭਾਈਚਾਰਕ ਸਾਂਝ ਕਾਇਮ ਰੱਖਣੀ ਹੋਵੇ, ਸਾਨੂੰ ਫਿਰ ਇਹਨਾਂ ਉਦਾਹਰਨਾਂ ਨੂੰ ਵੇਖਣਾ ਪੈਣਾ ਕਿ ਗੁਰੂ ਸਾਹਿਬ ਦੇ ਸਮੇਂ ਵੀ ਜਿਹੜੇ ਸਿੱਖ ਪਰਿਵਾਰ ਸਨ ਜਾਂ ਮੁਸਲਮਾਨ ਸੀ, ਹਿੰਦੂ ਪਰਿਵਾਰ ਸਨ, ਜਿਹੜੇ ਗੁਰੂ ਸਾਹਿਬ ਦੇ ਬੜਾ ਆਦਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀ ਬਾਣੀ ਪੜ੍ਹਦੇ। ਅੱਜ ਵੀ ਸਾਡੇ ਕਈ ਦੋਸਤ ਮਿੱਤਰ ਵੀ ਆ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਆ, ਭਾਵੇਂ ਹਿੰਦੂ ਪਰਿਵਾਰ ਵਿੱਚ ਆ। ਜਿਹੜੇ ਇਹੋ ਜਿਹੇ ਪਰਿਵਾਰ ਆ ਹਿੰਦੂ, ਜਿਹੜੇ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਦੇ, ਜਿਹੜੇ ਇਸ ਵਿਚਾਰਧਾਰਾ ਨੂੰ ਸਮਝਦੇ ਆ ਤੇ ਲਾਗੂ ਵੀ ਜੀਵਨ ਵਿੱਚ ਕਰਦੇ ਆ। ਪਰ ਮਾਲਕ ਜੀ ਕਹਿੰਦੇ ਮਜ਼ਹਬ ਦੇ ਨਾਂ ਉੱਤੇ ਕਿਸੇ ਨੂੰ ਮੰਦਾ, ਕਿਸੇ ਨੂੰ ਚੰਗਾ ਨਾ ਆਖੋ ਕਿ ਭਾਈ ਆ ਫਲਾਣਾ ਚੰਗਾ ਆ, ਮੰਦਾ ਆ। ਮਾਲਕ ਜੀ ਕਹਿੰਦੇ ਲੋਗਾ ਭਰਮ ਨਾ ਭੂਲੋ ਭਾਈ, ਕਹਿੰਦੇ ਰੱਬ ਦੀ ਹਸਤੀ ਬਾਰੇ ਕਿਸੇ ਵੀ ਭੁਲੇਖੇ ਵਿੱਚ ਨਾ ਪਵੋ। ਮਾਲਕ ਜੀ ਕਹਿੰਦੇ ਖਾਲਕ ਖਲਕ ਖਲਕ ਮੈਂ ਖਾਲਕ। ਪਾਤਸ਼ਾਹ ਕਹਿੰਦੇ ਨੇ ਭਲਿਆ ਉਹ ਰੱਬ ਸਾਰੀ ਖਲਕਤ ਨੂੰ ਪੈਦਾ ਕਰਨ ਵਾਲਾ ਆ। ਮਾਲਕ ਜੀ ਕਹਿੰਦੇ ਪੂਰ ਰਹਿਓ ਸਰਬ ਠਾਈ, ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਖਲਕਤ ਨੂੰ ਪੈਦਾ ਕਰਕੇ ਉਹਦੇ ਵਿੱਚ ਆਪ ਜਿਹੜਾ ਵਸਿਆ ਹੋਇਆ ਆ। ਉਹਦੀ ਹਸਤੀ ਬਾਰੇ ਕਿਸੇ ਭੁਲੇਖੇ ਵਿੱਚ ਨਾ ਰਹੋ ਕਿ ਰੱਬ ਕੇਵਲ ਅਸਮਾਨ 'ਤੇ ਹੀ ਆ, ਰੱਬ ਜਾਂ ਕੇਵਲ ਚਾਰ ਦੀਵਾਰੀ ਵਿੱਚ ਆ। ਮਾਲਕ ਜੀ ਕਹਿੰਦੇ ਉਹ ਤਾਂ ਜੇ ਉਹਨੇ ਸਾਰੀ ਖਲਕਤ ਪੈਦਾ ਕੀਤੀ ਆ, ਸਾਰਾ ਸੰਸਾਰ ਪੈਦਾ ਕੀਤਾ, ਉਹਦੇ ਵਿੱਚ ਆਪ ਵਸਿਆ ਹੋਇਆ ਆ। ਪਾਤਸ਼ਾਹ ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕੋ ਮਿੱਟੀ ਤੋਂ ਹੀ ਸਾਰੇ ਭਾਂਡੇ ਬਣਾਏ ਹੋਏ ਆ। ਹੁਣ ਦੇਖੋ ਜਿਹੜਾ ਘੁਮਿਆਰ ਹੁੰਦਾ ਆ ਭਾਂਡੇ ਬਣਾਉਣ ਵਾਲਾ, ਉਹਦੇ ਕੋਲ ਇੱਕ ਹੀ ਮਿੱਟੀ ਹੁੰਦੀ ਆ, ਇੱਕ ਮਿੱਟੀ ਤੋਂ ਸਾਰੇ ਭਾਂਡੇ ਬਣਾ ਦਿੰਦਾ। ਹੁਣ ਵੇਖੋ ਭਾਂਡਿਆਂ ਦੇ ਆਕਾਰ ਸ਼ਕਲਾਂ ਵੱਖੋ ਵੱਖਰੀਆਂ ਹੁੰਦੀਆਂ, ਪਰ ਹੈ ਤਾਂ ਸਾਰੇ ਮਿੱਟੀ ਦੇ ਬਣੇ ਹੋਏ ਨਾ। ਇਸੇ ਤਰ੍ਹਾਂ ਹੀ ਸਾਡੇ ਸਰੀਰ, ਸਾਡੇ ਆਕਾਰ ਸ਼ਕਲਾਂ ਵੱਖੋ ਵੱਖਰੀਆਂ, ਰੰਗ ਵੱਖੋ ਵੱਖਰੇ ਹੋਣਗੇ, ਪਰ ਹੈ ਤਾਂ ਸਾਡੇ ਸਾਰਿਆਂ ਅੰਦਰ ਇੱਕ ਰੱਬ ਦੀ ਜੋਤ ਨਾ। ਸਾਰੇ ਇੱਕ ਰੱਬ ਨੇ ਪੈਦਾ ਕੀਤੇ ਨਾ। ਤੇ ਪਾਤਸ਼ਾਹ ਕਹਿੰਦੇ ਨੇ ਸਾਜੀ ਸਾਜਨਹਾਰੇ ਨਾ ਕਛ ਪੋਚ, ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੇ। ਮਾਲਕ ਜੀ ਕਹਿੰਦੇ ਨਾ ਤਾਂ ਇਹਨਾਂ ਮਿੱਟੀ ਦੇ ਭਾਂਡਿਆਂ ਵਿੱਚ ਕੋਈ ਊਣਤਾਈ ਹੈ। ਹੁਣ ਜੇਕਰ ਮਾਲਕ ਗੁਰੂ ਪਿਆਰ ਵਾਲੀ ਜਿਹੜਾ ਘੁਮਿਆਰ ਹੁੰਦਾ ਨਾ, ਉਹ ਭਾਂਡਾ ਜਦੋਂ ਤਿਆਰ ਕਰਦਾ, ਉਹਦੀ ਮਿਹਨਤ ਹੁੰਦੀ ਆ, ਦਿਨ ਰਾਤ ਅਭਿਆਸ ਹੁੰਦਾ, ਤੇ ਉਸ ਭਾਂਡੇ ਦੇ ਵਿੱਚ ਕੋਈ ਵੀ ਊਣਤਾਈ ਨਹੀਂ ਰਹਿਣ ਦਿੰਦਾ। ਉਹ ਕਹਿੰਦਾ ਹੁਣ ਉਹ ਊਣਤਾਈ ਰੱਖੇ ਤੇ ਇਹ ਥੋੜ੍ਹਾ ਹੁੰਦਾ। ਹੁਣ ਜਿਹੜਾ ਦੁਨਿਆਵੀ ਘੁਮਿਆਰ ਹੈਗਾ, ਕਈ ਵਾਰ ਉਹਦੇ ਕੋਲ ਰਹਿ ਵੀ ਸਕਦੀ ਕਮੀ, ਪਰ ਗੁਰੂ ਪਿਆਰ ਵਾਲਿਓ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਉਹ ਘੁਮਿਆਰ ਹੈ, ਰੱਬ ਹੈ, ਉਹ ਤਾਂ ਕਦੀ ਵੀ ਕੋਈ ਕਮੀ ਨਹੀਂ ਕਰ ਸਕਦਾ। ਕਿਉਂਕਿ ਹਰ ਰੋਜ਼ ਅਸੀਂ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕਿ ਪ੍ਰਮਾਤਮਾ ਜਿਹੜਾ ਅਭੁੱਲ ਹੈ ਉਹ ਕਦੇ ਵੀ ਗਲਤੀ ਨਹੀਂ ਕਰਦਾ। ਸਾਰਾ ਸੰਸਾਰ ਭੁੱਲਣਹਾਰ ਹੈ, ਮਨੁੱਖ ਵੀ ਭੁੱਲਣਹਾਰ ਹੈ, ਪਰ ਪਰਮੇਸ਼ਰ ਭੁੱਲਣਹਾਰ ਨਹੀਂ ਹੈ। ਹੁਣ ਜਦੋਂ ਉਹਨੇ ਇਹ ਭਾਂਡੇ ਤਿਆਰ ਕੀਤੇ, ਜਦੋਂ ਇਹ ਜੀਵ ਪੈਦਾ ਕੀਤੇ, ਤੇ ਉਹਨੇ ਕੋਈ ਵੀ ਕਮੀ ਨਹੀਂ ਛੱਡੀ, ਸਾਰੀ ਉਣਤਾਈ ਪੂਰੀ ਕੀਤੀ ਆ।
जिस तरह शरीर चाहिदा सी मालिक ने बनाया, पर असी अज कमियां कढ़नियां शुरू कर दित्तियां। असी जिहड़ा अपने शरीर नूं बिगाड़न लग पे, शरीर की रूप रेखा होर बना ली, असी सियाणे बन गए। ते मालिक जी कहंदे ने ना कछ पोच माटी के भांडे, ना कछ पोच कुंभारे। मालिक जी कहंदे ने कहंदे ना तां जीव जिहड़े बनाए होए आ अकाल पुरख वाहिगुरू ने जदों पैदा कीते, ना तां इन्हां विच कोई ऊणताई छड्डी, कमी छड्डी, बनाउण विच ना कमी छड्डी, ना तां बनाउण विच कमी छड्डी ते ना ही उस बनाउण वाले विच कमी है, ना तां परमेश्वर विच कोई कमी है। कहंदे सब मैं सच्चा एको सोई, कहंदे सारियां विच एक मालिक वस रिहा आ। ए शरीरा मेरिया हर तुम मैं जोत रखी, ता तू जग मैं आया। मालिक जी कहंदे तेरे विच उस रब की जोत आ, वो परमेश्वर तेरे अंदर वस रहा आ, तां तू संसार विच विच रहा चल रहा आ। जेकर उन्हें तेन श्वास दिते, प्राण दिते। मालिक जी कहंदे वो सदा कायम रहने वाला मालिक सारे जीवां विच है। कहंदे जो कुछ भी जगत विच हो रहा ना, उस मालिक दा कीता हो रहा है। हुक्म पछाने सो एको जाने। हुण असीं हरेक नूं बंदा कहने, बंदा पता किहनूं कहंदे आ? पातशाह कहंदे ने ਉਹੀ मनुख रब का प्यारा बंदा कहा जा सकता। हुक्म पछाने सो एको जाने, जिहड़ा मालिक के हुक्म नूं पछाणदा आ, जिहड़ा उसकी रजा नूं समझदा आ, बंदा कहीए सोई, कहंदे ओही रब का प्यारा बंदा आ, जिहड़ा रब की रजा विच रह के सारियां नाल सांझ पाउंदा, सारियां नाल सांझ पाउंदा, किसी नाल वितकरा नहीं करदा। वो रब का बंदा, रब का प्यारा आ, रब का भगत है। क्योंकि जेकर रब किसी नाल वितकरा नहीं करता तो वह भी अपने जीवन च किसी नाल वितकरा नहीं करता। जे रब का किसी नाल वैर नहीं है तो वह भी किसी नाल कोई वैर नहीं है। जेकर रब आनंद विच है, अकाल पुरख वाहिगुरू जेकर वो सच्चा है, उस मनुख का जीवन भी सच्चा है। तो पातशाह जी कहंदे ने ए शरीरा मेरिया हर तुम मैं जोत रखी, ता तू जग मैं आया। हर जोत रखी तुद विच। पातशाह फिर कहते ने भलिया उस हरी ने अपनी जोत तेरे विच टकाती, ता तू जग मैं आया। कहते फिर तू संसार विच आया। हरे आपे माता आपे पिता, कहते वो परमेश्वर वाहिगुरू आप ही माता आ ते आप ही पिता आ। हुण वेखो गुरु प्यार वालिओ, जिहड़े माता पिता हुंदे ना, जेकर माता पिता ते उन्हां दा बच्चा है तो गुरु प्यार वाले घर विच बच्चा ने जन्म लिया है, उहदे माता पिता है, तो माता पिता का फर्ज बनता कि उन्होंने फिर बच्चे नूं पाले, उहदी साਂਭ संभाल करे। फिर माता पिता अपने बच्चे की साਂਭ संभाल करते ना। हुण जिहड़े केवल जन्म दे दिंदे आ, जन्म दे के छड्ड दिंदे आ, जां भंगूड़िया च पा के आ जांदे। बड़ियां धीआं ने जिहड़ियां भंगूड़ियां विच पाईआं गईआं, बड़ियां धीआं ने जिहड़ियां जिन्हां नूं जन्म दे के कूड़ेदान विच सुੱਟਿਆ गया। बहुत साडे सामने इहो जिहियां तस्वीरां, इहो जिहियां खबरां मिलदियां कि कूड़ेदान विचों धीआं दे जिहड़े भरूण मिले, भाव के वो बड़े रब नूं भी बड़ा पूजिया जाता, बड़ी सेवा की जाती, पैसा भी वाधू, पर फिर भी जिहड़ी सोच आ वो बड़ी नीवीं आ धीआं नूं लै के। पर आउण वाले समय विच फर्क पै रिहा आ। पर मालिक जी कहंदे ने हर आपे माता आपे पिता, जिन जियो पाए जगत दिखाया। कहंदे वो मालिक वाहिगुरू जिन्हें तेनू पैदा किया, जिन्हें तेनू जगत विखाया, उही तेरे माता पिता। वो अकाल पुरख वाहिगुरू एक माँ बाप की तरह आ। जिमें माँ बाप दे घर दे विच बच्चा हुंदा, जन्म आउंदा, ते गुरु प्यार वालिओ उत्थे फिर माँ बाप अपने बच्चे नूं पालदे आ, पोसदे आ। मापिਆਂ करके ही तू अज संसार नूं वेखिआ आ। जे मापे ना होणगे तू संसार नूं किवें वेख लवेगा? जे मापे ना होणगे फिर तू दुनिया किवें वेख लवेगा? अज जेकर तू एडा वड्डा अफसर बन गया, नौकरी ते लग गया, पैसे कमाउण जोगा हो गया, ये किहदी बदौलत होया? तू अपने मापिਆਂ दे करके। हुण मापे जिहड़े ना वो माँ बाप माता पिता अपने बच्चे नूं पालदे आ, उहदी पढ़ाई दा, उहदे आउण वाले भविख बारे सोचदे आ, प्लैनिंग करदे आ, ते उहदे खाण दा, उहदे कपड़े पाउण दा, पहनण दा, नहाउण धोउण दा सारा जिहड़ा वो माँ बाप वेखदे आ। हुण जिस तरह माँ बाप अपने बच्चे नूं पालदे आ, ते गुरु प्यार वालिओ उस तरह रब वाहिगुरू भी जिहड़ा सानू अपने बच्चों की तरह पाल रहा। उस जेकर साडा जीवन बचपन विच आ, जवानी विच आ, वडेपे विच आ, ओहो जिहियां सहूलतां मालिक ने साडे वास्ते बना दित्तियां, पैदा कर दित्तियां, कुदरत बनाई,
ये धरती बनाई, ये खाण वास्ते रिजक दिता। गुरु प्यार वाले उन्होंने मापे थोड़ो कहा जा सकता जिहड़े बच्चे नूं जन्म दे दिंदे ने ते आखे कि भाई असीं माँ बाप पर उन्हां दी पालना पोषण ना करन। असल विच माँ बाप उही है जिहड़े पालदे आ। ते गुरु प्यार वाले जिवें कोई मनुख घर विच बूटा लावे, पौधा लावे, हुण कोई दरख्त लावे, हुण दरख्त ला के वो बूटा ला के उन्होंने छड्ड दिता आ ते आखे कि भाई मैं इस दरख्त नूं पालिया, वड्डा कीता। हुण जदों दरख्त वड्डा हो गया फिर अपना नाम चमकाउण लग पिया। असल विच दरख्त दा मालक, उस बूटे दा मालक उही है जिहने उहनूं सांभ संभाल कीती, जिहने उहनूं पालिया, पानी दिता। इसे तरह असल विच माँ बाप होण दा हक रखते ने जिहड़े अपने बच्चे नूं पूरी परवरिश करते ने, पूरा ख्याल रखते ने। केवल जन्म देण वाला माँ बाप नहीं हुंदा। मालिक जी कहंदे ने हरे आपे माता आपे पिता जिन जियो पाए जगत दिखाया। कहंदे भलिया जिस मालिक वाहिगुरू ने पैदा किया, जिसने तेनू माँ बाप मंग पालिया ना, उस अकाल पुरख वाहिगुरू दी कहंदे जोत ना तेरे जीवन के अंदर आ। कहंदे सुख देण वाला उही आ। जेकर तेनू हुण उस मालिक वाहिगुरू ने पैदा करके तेनू पाल रहा आ ते अगां भी उन्हें तेनू पालना, उन्हें तेनू सुख देना। जेकर हुण मापे तेनू सुख दे रहा, तेरे बारे इन्ना सोच रहा, तो आने वाले समय विच भी तेरे बारे उही सोचणगे ना, उही तेनू आनंद देणगे ना। होर भावें जिथे मर्जी तू चले जा, होर जिथे मर्जी घूमी जा, जिथे मर्जी तू जाके रह, पर असल विच सुख, असल विच सोचना तेरे जीवन बारे, आने वाले समय बारे सोचना तेरे मापियां ने, तेरी मापियां ने तेरी हैल्प करनी, होर किसी ने नहीं करनी। मालिक जी कहंदे इसे तरह ही होर भावें जिन्ने मर्जी तू किस नूं जाके पूजी जा, किसी दी जाके सेवा करी जा, किसी दे जाके नाम नूं ध्याई जा, पर असल विच उस अकाल पुरख वाहिगुरू ने तेरे जीवन नूं पालना है, तेरे जीवन नूं सोहना बनाउणा। पातशाह कहंदे ने गुर प्रसादी बुझिया तां चलत होआ। कहंदे गुरु दी किरपा दे नाल मैनूं समझ आई। कहंदे किहड़ी समझ आई कि चलत होआ ये संसार जिहड़ा खेड तमाशा जिहड़ा रचिया होया, रंग तमाशा जिहड़ा रचिया होया ना, मालिक ने चलत नजरी आया। कहंदे ये सदा रहन वाला नहीं है। जेकर ये संसार, जेकर ये जगत सदा रहन वाला नहीं, तो फिर जिहड़ा तू आनंद इस विचों भालदा आ, वो आनंद भी सदा रहन वाला नहीं, वो आनंद भी जिहड़ा सदा मौजूद नहीं है। मालिक जी की बाणी पढ़ते हैं, जग रचना सब झूठ है जान ले हो रे मीत। पातशाह कहंदे ने ये मार्ग संसार को नानक थिर नहीं कोई। कहंदे ये संसार का जिहड़ा मार्ग ना सदा चलन वाला आ, कदे भी रुकण वाला नहीं। इस करके कहंदे सदा रहन वाला आनंद ना कित्थों प्राप्त होना। पातशाह कहंदे ने कह नानक सृष्ट का मूल रचिया। कहंदे जिन्हें सारी सृष्टि का मूल रचिया, जिन्हें सारी सृष्टि का मुढ़ बन्निया, जोत राखी ता तू जग में आया। कहंदे उस मालिक ने अपनी जोत तेरे अंदर टिका दी, फिर तू संसार विच आया। तो गुरु प्यार वाले जोत साडे अंदर आ, प्रगट किवें होनी, गुरसाखी जोत प्रगट होए। वो मालिक की जोत साडे जीवन अंदर फिर प्रगट हो सकती आ। पातशाह जी कहंदे ने जिसदा जियो प्राण है अंतर जोत अपारा। पातशाह जी कहंदे ने जिस मालिक वाहिगुरू ने जिसनूं जिंद प्राण दिते, हरेक नूं जीवे, हरेक जीव नूं जिंद प्राण मिलिया, हरेक नूं किसे विच वितकरा नहीं कीता कि किसी दे नक ला दिता, किसी दे नक नहीं लाया, किसी दे कन्न ला दिते जां किसी दे अखां नहीं लाइयां। मालिक ने तां सारियां नूं इक्को जिहा बनाया आ। पातशाह कहंदे ने अंतर जोत उपारा, उस मालिक दी जोत हरेक विच वस रही आ। पातशाह जी कहंदे ने गुरु दे द्वारा तैनूं इस गल दी समझ आवेगी कि असल आनंद परमेश्वर दे नाम दे विचों ही प्राप्त होना। ते जोत अंदरों प्रगट करेगा, गुण प्रगट करेगा, फिर तेरा जीवन जिहड़ा ना आनंद नाल भर जावेगा। मालिक जी कृपा रहमत करन, सानू इस गल दी समझ आवे कि उस मालिक वाहिगुरू ने साडी रचना कीती आ। पातशाह जी कहंदे ने साधो रचना राम बनाई। जिहड़ा सारे संसार विच रमिया होया राम आ, उन्हें सारी रचना कीती आ। वो मालिक ने सारा संसार बनाया, इस करके उहदी वडियाई कर, उहदे बनाए हुए जीवां दे नाल प्यार कर, उहदे बनाए हुए जीवां दे नाल नफरत ना कर। जीवां दे नाल मनुखां दे नाल प्यार करांगे, समझ लो असीं रब दे नाल प्यार कर रहे हां। रब कोई वखरा नहीं है जीवां तो कि भाई रब कोई किते
ਸਪੈਸ਼ਲ ਬੈਠਾ ਹੋਇਆ ਜਾਂ ਅਸੀਂ ਉਹਨੂੰ ਜਾ ਕੇ ਆਦਰ ਕਰੀਏ। ਮਨੁੱਖ ਦੀ ਕਦਰ ਕਰਨੀ, ਜੀਵਾਂ ਦਾ ਸਤਿਕਾਰ ਕਰਨਾ ਹੀ ਸਮਝ ਲਓ ਅਸੀਂ ਰੱਬ ਦਾ ਸਤਿਕਾਰ ਕਰ ਰਹੇ ਹਾਂ, ਉਸ ਪਰਮੇਸ਼ਰ ਦਾ ਸਤਿਕਾਰ ਕਰ ਰਹੇ ਹਾਂ। ਸਤਿਗੁਰੂ ਜੀ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।